ਇਹ ਸੱਚਾਈ ਦੀ ਜਿਹੜੀ ਜਿੱਤ ਹੋਈ ਹੈ, ਜਿਹੜੀਆਂ ਅੱਜ ਇਲੈਕਸ਼ਨਾਂ ਦੇ ਨਤੀਜੇ ਆਏ ਆ। ਜੇ ਬੀਜੇਪੀ ਜਿਹੜੀ ਆ ਉਹ ਜਿਹੜਾ ਕਾਨੂੰਨ ਰੱਦ ਕਰਕੇ MSP ਲਾਗੂ ਨਹੀਂ ਕਰਦੀ ਪੂਰੇ ਭਾਰਤ ਦੇ ਵਿੱਚ, ਫਿਰ ਜਿਹੜਾ ਵਾ ਉਹ ਬੀਜੇਪੀ ਦਾ ਵਿਰੋਧ ਅੱਗੇ ਵੀ ਜਾਰੀ ਰਹੂਗਾ। ਆਮ ਲੋਕਾਂ ਦਾ ਜਿਹੜਾ 80% 75% ਲੋਕ ਹੈ ਉਹਨਾਂ ਦਾ ਨੁਕਸਾਨ ਕਰ ਰਹੀ ਹੈ, ਉਹਦੇ ਖਿਲਾਫ ਪ੍ਰਚਾਰ ਕੀਤਾ ਜਾ ਸਕਦਾ ਹੈ, ਲੇਕਿਨ ਕਿਸੇ ਵੀ ਪਾਰਟੀ ਦੇ ਹੱਕ 'ਚ ਕਿਸਾਨ ਜਥੇਬੰਦੀਆਂ ਕਦੇ ਵੀ ਪ੍ਰਚਾਰ ਨਹੀਂ ਕਰਨਗੀਆਂ। ਦੇਖੋ, ਜਿੰਨੀ ਦੇਰ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ, ਬੀਜੇਪੀ ਦਾ ਜਿਹੜਾ ਵਾ ਉਹ ਸੀਟਾਂ ਜਿੱਤਣੀਆਂ ਤੇ ਦੂਰ ਦੀ ਗੱਲ, ਬੀਜੇਪੀ ਆਣ ਕੇ ਪ੍ਰਚਾਰ ਵੀ ਨਹੀਂ ਕਰ ਸਕਦੀ। ਬੀਜੇਪੀ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਬਾਰਡਰ ਵੀ ਨਹੀਂ ਟੱਪੂਗੀ, ਕਿ ਉਹਨਾਂ ਨੂੰ ਇਹ ਸੀਗਾ ਕਿ ਵਾਰ-ਵਾਰ EVM ਦਾ ਰੌਲਾ ਪੈਂਦਾ ਵਾ। ਇਸ ਵਾਰ ਜਿਹੜਾ ਵਾ ਉਹ ਹੋ ਸਕਦਾ ਕਿ ਚੋਣ ਕਮਿਸ਼ਨ ਨੇ ਵੀ ਥੋੜਾ ਜਿਹਾ ਸਖਤਾਈ ਕੀਤੀ ਹੋਵੇ, ਜਿਹੜਾ ਐਤਕੀ ਨਹੀਂ ਕਰ ਸਕੇ। ਨਹੀਂ ਤੇ ਇਹਨਾਂ ਦੀਆਂ ਗੱਡੀਆਂ 'ਚੋਂ EVM ਮਸ਼ੀਨਾਂ ਜਿਹੜੀਆਂ ਵਾ, ਲੱਖਾਂ ਦੀ ਗਿਣਤੀ 'ਚ EVM ਮਸ਼ੀਨਾਂ ਜਿਹੜਾ ਵਾ ਇਹਨਾਂ ਦੇ ਕੋਲ ਹੁੰਦੀਆਂ ਸੀ। ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਹੀ ਉਹਨਾਂ ਵੱਲੋਂ ਪੱਛਮ ਬੰਗਾਲ ਵਿੱਚ ਪਹੁੰਚ ਕੇ ਬੀਜੇਪੀ ਦੇ ਖਿਲਾਫ ਮੁਹਿੰਮ ਛੇੜੀ ਗਈ ਸੀ, ਜਿਸ ਦਾ ਅਸਰ ਅੱਜ ਇੱਕ ਵਾਰ ਵੇਖਣ ਨੂੰ ਮਿਲਿਆ ਤੇ ਬੀਜੇਪੀ ਉੱਥੇ ਹਾਰਦੀ ਹੋਈ ਨਜ਼ਰ ਆ ਰਹੀ ਹੈ। ਕਿਸਾਨ ਜਥੇਬੰਦੀਆਂ ਅੰਮ੍ਰਿਤਸਰ 'ਚ ਮੌਜੂਦ ਨੇ, ਗੱਲਬਾਤ ਕਰ ਲੈਂਦੇ। ਮਹਿਤਾਬ ਸਿੰਘ ਸਰਸਾ ਮੌਜੂਦ ਨੇ, ਬਲਦੇਵ ਸਿੰਘ ਸਰਸਾ ਜੀ ਦੇ ਬੇਟੇ ਨੇ। ਸਰਸਾ ਸਾਹਿਬ, ਲਗਾਤਾਰ ਹੀ ਜੋ ਤੁਹਾਡੇ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਸੀਗਾ, ਜਿਸ ਵਿੱਚ ਪੱਛਮ ਬੰਗਾਲ ਅਤੇ ਪੌਂਡੀਚੇਰੀ ਜਾਂ ਹੋਰ ਜਗ੍ਹਾ ਤੇ ਜਿਹੜੀ ਇਲੈਕਸ਼ਨਸ ਹੋ ਰਹੀਆਂ ਸੀਗੀਆਂ, ਉੱਥੇ ਜਾ ਕੇ ਬੀਜੇਪੀ ਦੇ ਖਿਲਾਫ ਜਿਹੜੀ ਸੀਗੀ ਮੁਹਿੰਮ ਛੇੜੀ ਗਈ, ਕੀ ਲੱਗਦਾ ਸਫਲ ਹੁੰਦੇ ਹੋਏ ਨਜ਼ਰ ਆਏ? ਦੇਖੋ, ਇਹ ਸੱਚਾਈ ਦੀ ਜਿਹੜੀ ਜਿੱਤ ਹੋਈ ਹੈ, ਜਿਹੜੀਆਂ ਅੱਜ ਇਲੈਕਸ਼ਨਾਂ ਦੇ ਨਤੀਜੇ ਆਏ ਆ। ਕਿਉਂਕਿ ਬੀਜੇਪੀ ਜਿਹੜੀ ਆ ਉਹ ਹੰਕਾਰੀ ਹੋਈ ਪਾਰਟੀ ਸੀਗੀ, ਉਹ ਕਿਸੇ ਦੀ ਸੁਣ ਨਹੀਂ ਰਹੀ। ਇੰਨੀ ਦੇਰ ਹੋ ਗਈ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ, ਜਿਹੜਾ ਵਾ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ, ਜਿਹੜਾ ਬੀਜੇਪੀ ਜਾਂ ਮੋਦੀ ਜਾਂ ਅਮਿਤ ਸ਼ਾਹ ਕੋਈ ਗੱਲ ਸੁਣਨੀ ਹੀ ਨਹੀਂ ਚਾਹੁੰਦੇ। ਉਹਨਾਂ ਦੀ ਹੁਣ ਥੋੜੀ ਅਕਲ ਟਿਕਾਣੇ ਆਊਗੀ ਕਿ ਕਿਸਾਨਾਂ ਦੀ ਜਿਹੜੀ ਜਿੱਤ ਹੋਈ ਆ, ਆਮ ਲੋਕਾਂ ਦੀ ਜਿੱਤ ਹੋਈ ਆ। ਕੀ ਲੱਗਦਾ ਹੈ ਕਿ ਕਿਸਾਨਾਂ ਦਾ ਕੋਈ ਇੰਪੈਕਟ ਪਿਆ ਉੱਥੇ? ਕਿਉਂਕਿ ਪਹਿਲਾਂ ਹੀ ਮਮਤਾ ਬੈਨਰਜੀ ਦਾ ਹੋਲਡ ਬਹੁਤ ਸੀਗਾ। ਕਿਆ ਲੱਗਦਾ ਕਿ ਕਿਸਾਨਾਂ ਦਾ ਜਿਹੜਾ ਆ ਜ਼ਰੂਰ ਇੰਪੈਕਟ ਪਿਆ ਹੋ ਸਕਦਾ? ਦੇਖੋ, ਠੀਕ ਹੈ, ਮਮਤਾ ਬੈਨਰਜੀ ਵੀ ਇਮਾਨਦਾਰ ਛਵੀ ਸੀ ਉਹਨਾਂ ਦੀ, ਲੇਕਿਨ ਕਿਸਾਨ ਆਗੂਆਂ ਨੇ ਜਿਹੜਾ ਉੱਥੇ ਪ੍ਰਚਾਰ ਕੀਤਾ, ਉਸ ਗੱਲ ਦਾ ਬਹੁਤ ਫਰਕ ਪਿਆ। ਜਿੱਥੇ ਜਿੱਥੇ ਇਹ ਆਪਾਂ ਦੇਖ ਸਕਦੇ ਹਾਂ ਕਿ ਜਿੱਥੇ ਜਿੱਥੇ ਕਿਸਾਨ ਆਗੂ ਗਏ ਸੀਗੇ, ਉੱਥੇ ਉੱਥੇ ਉਹਨਾਂ ਦੀ ਜਿਹੜੀ ਆ ਉਹ ਉਹਨਾਂ ਨੂੰ ਜ਼ਿਆਦਾ ਜਿਹੜੀਆਂ ਵੋਟਾਂ ਮਿਲੀਆਂ। ਬੀਜੇਪੀ ਨੂੰ ਉੱਥੇ ਨੁਕਸਾਨ ਹੋਇਆ ਜਿੱਥੇ ਜਿੱਥੇ ਗਏ ਸੀਗੇ। ਕੀ ਲੱਗਦਾ ਹੈ ਕਿ ਤੁਹਾਨੂੰ ਕਿ ਜੇ ਇਨ ਫਿਊਚਰ ਪੰਜਾਬ ਦੇ ਵਿੱਚ ਤੇ ਹੋਰ ਜਗ੍ਹਾ ਤੇ ਵੀ ਜਿੱਥੇ ਅਗਰ ਚੋਣਾਂ ਹੋਣਗੀਆਂ, ਉੱਥੇ ਜਾ ਕੇ ਜਿਹੜੇ ਕਿਸਾਨ ਆਗੂ ਬੀਜੇਪੀ ਦੇ ਖਿਲਾਫ ਜਿਹੜਾ ਆ ਫਿਰ ਤੋਂ ਮੁਹਿੰਮ ਛੇੜ ਸਕਦੇ ਇਸ ਨੂੰ ਲੈ ਕੇ? ਦੇਖੋ, ਜੇ ਤਾਂ ਬੀਜੇਪੀ ਕਾਨੂੰਨ ਰੱਦ ਕਰਕੇ ਕਿਸਾਨਾਂ ਦੀ ਗੱਲ ਮੰਨ ਕੇ ਕਾਨੂੰਨ ਰੱਦ ਕਰ ਦਿੰਦੇ ਆ ਔਰ MSP ਪੂਰੇ ਭਾਰਤ ਦੇ ਵਿੱਚ ਕਾਨੂੰਨੀ ਦਾਇਰੇ 'ਚ ਲਾਗੂ ਕਰ ਦਿੰਦੇ ਆ, ਫਿਰ ਤਾਂ ਜਿਹੜਾ ਵਾ ਉਹ ਕਿਸੇ ਵੀ ਪਾਰਟੀ ਦਾ ਵਿਰੋਧ ਨਹੀਂ ਹੋਊਗਾ। ਫਿਰ ਜਿਹੜੇ ਜਿਵੇਂ ਇਲੈਕਸ਼ਨ ਲੜਦੇ ਸੱਚੇ ਜਿਹੜੇ ਲੜਨ ਉਹ ਲੜੀ ਜਾਣ। ਲੇਕਿਨ ਜੇ ਬੀਜੇਪੀ ਜਿਹੜੀ ਆ ਉਹ ਜਿਹੜਾ ਕਾਨੂੰਨ ਰੱਦ ਕਰਕੇ MSP ਲਾਗੂ ਨਹੀਂ ਕਰਦੀ ਪੂਰੇ ਭਾਰਤ ਦੇ ਵਿੱਚ, ਫਿਰ ਜਿਹੜਾ ਵਾ ਉਹ ਬੀਜੇਪੀ ਦਾ ਵਿਰੋਧ ਅੱਗੇ ਵੀ ਜਾਰੀ ਰਹੂਗਾ। ਉਹ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈਗਾ ਹੀ ਹੈਗਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਬੀਜੇਪੀ ਦਾ ਪੂਰੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਪੂਰੀ ਜ਼ੋਰਾਂ ਸ਼ੋਰਾਂ ਨਾਲ ਵਿਰੋਧ ਰਹੂਗਾ। ਕੀ ਸਮਝਦੇ ਹੋ ਕਿ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੁਰ ਹੋ ਕੇ ਜਿਹੜਾ ਸੀਗਾ, ਕਿਉਂਕਿ ਕਿਹਾ ਹੀ ਜਾ ਰਿਹਾ ਸੀਗਾ ਅਗਰ ਬੀਜੇਪੀ ਉੱਥੇ ਜਿੱਤ ਜਾਂਦੀ ਤੇ ਸ਼ਾਇਦ ਕਿਸਾਨਾਂ ਦਾ ਜਿਹੜਾ ਅਸਰ ਘੱਟ ਨਜ਼ਰ ਆਉਣ ਸੀਗਾ, ਲੱਗਦਾ ਕਿ ਦਬਾਅ ਪਾਉਣ ਲਈ ਜਾਂ ਦਬਾਅ ਲਈ ਇਹ ਜਿੱਤ ਜਿਹੜੀ ਆ ਬਹੁਤ ਜ਼ਰੂਰੀ ਸੀਗੀ ਮਮਤਾ ਬੈਨਰਜੀ ਦੀ? ਦੇਖੋ, ਇਹ 'ਚ ਤਾਂ ਕੋਈ ਸ਼ੱਕ ਨਹੀਂ, ਕਿਉਂਕਿ ਜੇ ਬੀਜੇਪੀ ਜਿਹੜੀ ਆ ਉੱਥੇ ਹਾਰਦੀ ਨਾ ਕਿਸੇ ਵੀ ਤਰ੍ਹਾਂ ਜਿੱਤ ਜਾਂਦੀ ਤਾਂ ਉਹਨਾਂ ਦਾ ਦਿਮਾਗ ਖਰਾਬ ਹੋਣਾ ਹੀ ਸੀਗਾ। ਉਹਨਾਂ ਨੇ ਇਹ ਕਹਿਣਾ ਸੀ ਕਿ ਕਿਸਾਨ ਸਾਡੇ ਨਾਲ ਹੈਗੇ ਆ ਤੇ ਤੁਹਾਡੇ ਨਾਲ ਕਿੰਨੇ ਕਿਸਾਨ ਹੈਗੇ ਆ। ਇਹ ਕਿਸਾਨਾਂ ਨੇ ਜਿਹੜਾ ਵਾ ਉਹ ਮਜ਼ਦੂਰਾਂ ਨੇ ਆਪਣੀ ਏਕੇ ਦਾ ਸਬੂਤ ਦਿੱਤਾ, ਜਿਹੜਾ ਬੀਜੇਪੀ ਉੱਥੋਂ ਹਾਰੀ ਹੈ ਸਾਰੀ ਜਗ੍ਹਾ ਤੋਂ। ਕੀ ਲੱਗਦਾ ਸੀਗਾ ਕਿ ਜੇ ਅਗਰ ਕਿਸੇ ਪਾਰਟੀ ਦਾ ਸਪੋਰਟ ਕਰਦੇ ਤੇ ਸ਼ਾਇਦ ਹੋ ਸਕਦਾ ਸੀਗਾ ਕਿ ਹੋਰ ਵੀ ਜਿਹੜਾ ਵਾ ਮਮਤਾ ਬੈਨਰਜੀ ਜਾਂ ਕਿਸ ਪਾਰਟੀ ਨੂੰ ਤੁਸੀਂ ਸਪੋਰਟ ਕਰਨਾ ਸੀਗਾ, ਉਹ ਜਿੱਤ ਸਕਦੀ ਸੀਗੀ ਉਸ ਜਗ੍ਹਾ ਤੇ? ਨਹੀਂ, ਕਿਸਾਨ ਜਥੇਬੰਦੀਆਂ ਦਾ ਇਹੋ ਜਿਹਾ ਕੋਈ ਫੈਸਲਾ ਨਹੀਂ ਹੈਗਾ ਕਿ ਕਿਸੇ ਵੀ ਪਾਰਟੀ ਦੇ ਹੱਕ 'ਚ ਜਿਹੜਾ ਵਾ ਉਹ ਪ੍ਰਚਾਰ ਕਰਨਾ, ਕਿਉਂਕਿ ਇੱਕ ਪਾਰਟੀ ਜਿਹੜੀ ਵੀ ਨੁਕਸਾਨ ਕਰ ਰਹੀ ਹੈ, ਜਿਹੜੀ ਪਾਰਟੀ ਵੀ ਭ੍ਰਿਸ਼ਟ ਹੈ ਜਾਂ ਕਿਸੇ ਤਰ੍ਹਾਂ ਵੀ ਜਿਹੜਾ ਵਾ ਉਹ ਆਮ ਲੋਕਾਂ ਦਾ ਜਿਹੜਾ 80% 75% ਲੋਕ ਹੈ ਉਹਨਾਂ ਦਾ ਨੁਕਸਾਨ ਕਰ ਰਹੀ ਹੈ, ਉਹਦੇ ਖਿਲਾਫ ਪ੍ਰਚਾਰ ਕੀਤਾ ਜਾ ਸਕਦਾ, ਲੇਕਿਨ ਕਿਸੇ ਵੀ ਪਾਰਟੀ ਦੇ ਹੱਕ 'ਚ ਕਿਸਾਨ ਜਥੇਬੰਦੀਆਂ ਕਦੇ ਵੀ ਪ੍ਰਚਾਰ ਨਹੀਂ ਕਰਨਗੀਆਂ। ਕਿਸੇ ਦੋ ਜਗ੍ਹਾ ਤੇ ਉੱਤੇ ਬੀਜੇਪੀ बढ़त ਵੀ ਬਣਾਉਂਦੀ ਹੋਈ ਨਜ਼ਰ ਆ ਰਹੀ। ਕੀ ਲੱਗਦਾ ਕਿ ਉੱਥੇ ਕੁਝ ਕਮੀ ਲੱਗਦਾ ਰਹਿ ਗਈ ਹੈ ਕਿ ਜੇ ਕਿਸਾਨਾਂ ਵੱਲੋਂ ਜਾਂ ਦੂਸਰੀਆਂ ਪਾਰਟੀਆਂ ਤੋਂ ਕਮੀ ਰਹਿ ਗਈ ਹੈ ਕਿਸੇ ਜਗ੍ਹਾ? ਦੇਖੋ, ਉਸ ਜਗ੍ਹਾ ਤੇ ਜਿੱਥੇ ਜਿੱਥੇ ਬੀਜੇਪੀ ਥੋੜਾ ਬਹੁਤਾ ਜਿਹੜਾ ਅੱਗੇ ਰਹੀ ਹੈ, ਉੱਥੇ ਕਿਸਾਨ ਜਥੇਬੰਦੀਆਂ ਨੇ ਕੋਈ ਬਹੁਤਾ ਧਿਆਨ ਨਹੀਂ ਸੀ ਦਿੱਤਾ। ਉਹ ਕਿਉਂਕਿ ਛੋਟੇ ਛੋਟੇ ਰਾਜ ਸੀਗੇ, ਉੱਥੇ ਥੋੜੀ ਗਿਣਤੀ ਹੈ, ਜਿਹੜੇ 25 30 ਜਿਹੜਾ ਵਾ ਉਹ ਸੀਟਾਂ ਸੀਗੀਆਂ, ਉਹਨਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈਗੀ ਸੀ। ਕੀ ਲੱਗਦਾ ਕਿ ਜੇ ਅਗਰ ਲੋੜ ਪੈਂਦੀ ਹੈ ਹੋਰ ਜਗ੍ਹਾ ਤੇ ਉੱਤੇ ਵੀ ਤੇ ਬੀਜੇਪੀ ਦਾ ਲਗਾਤਾਰ ਹੋਰ ਵਿਰੋਧ ਵੀ ਜਾਰੀ ਰਹੇਗਾ? ਦੇਖੋ, ਜਿੰਨੀ ਦੇਰ ਤੱਕ ਕਾਨੂੰਨ ਰੱਦ ਨਹੀਂ ਹੋਣਗੇ, ਉਨੀ ਦੇਰ ਤੱਕ ਬੀਜੇਪੀ ਦਾ ਵਿਰੋਧ ਵੱਡੇ ਪੱਧਰ ਤੇ ਜਾਰੀ ਰਹੂਗਾ।
ਜ਼ੋਰ ਸ਼ੋਰ ਨਾਲ ਜਿਹੜਾ ਵਾ ਬੀਜੇਪੀ ਦਾ ਵਿਰੋਧ ਜਾਰੀ ਰਹੂਗਾ। ਲੇਕਿਨ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਤਾਂ 13 ਹੀ ਸੀਟਾਂ ਨੇ, ਇਹਨੂੰ ਵੀ ਤੇ ਮਾੜਾ ਮੋਟਾ ਜਿਹਾ ਹੀ ਕਹਿੰਦੇ ਛੋਟਾ ਰਾਜ ਹੈਗਾ ਤਾਂ ਕਰਕੇ। ਨਹੀਂ, ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਜਿਹੜੀਆਂ 117 ਸੀਟਾਂ ਆ, 13 ਸੀਟਾਂ ਦੀ ਜਿਹੜੀ, ਲੇਕਿਨ ਇਹਨਾਂ ਦੀ 13 ਦੀ ਵੀ ਅਹਿਮੀਅਤ ਜਿਹੜੀ ਆ ਉਹ ਕਿਉਂਕਿ ਪੰਜਾਬ, ਹਰਿਆਣਾ ਜਾਂ ਜਿਹੜਾ ਯੂਪੀ ਜਾਂ ਰਾਜਸਥਾਨ ਦੇ ਜਿਹੜੇ ਏਰੀਆ ਉੱਥੋਂ ਉਹਦਾ ਜਿਹੜਾ ਵਾ ਉਹ ਹਰ ਜਿਹੜਾ ਪੂਰੇ ਦੇਸ਼ ਤੇ ਫਰਕ ਪੈਂਦਾ ਵਾ। ਇਹ ਦੇਸ਼ ਦੀ ਅਗਵਾਈ ਕਰਨ ਵਾਲੇ ਰਾਜ ਹੈ, ਨਾ ਕਿ ਜਿਹੜਾ ਵਾ ਉਹ ਜਿਹੜਾ ਅਸਾਮ ਵਰਗੇ ਛੋਟੇ ਰਾਜ ਹੈ। ਜੇ ਅਗਰ ਤੁਹਾਨੂੰ ਲੱਗਦਾ ਹੈ ਕਿ ਜੇਕਰ ਹਰਿਆਣਾ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਜਾਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੇ, ਕਿਉਂਕਿ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਵਿਰੋਧ ਵੀ ਹੋ ਰਿਹਾ, ਹਰਿਆਣਾ 'ਚ ਵੀ, ਕੀ ਲੱਗਦਾ ਹੈ ਕਿ ਬੀਜੇਪੀ ਉੱਥੇ ਵੀ ਲੂਜ਼ ਕਰੇਗੀ ਜੇਕਰ ਉੱਥੇ ਇਲੈਕਸ਼ਨਸ ਹੁੰਦੀਆਂ ਨੇ, ਜੇਕਰ ਕੀਤੀ ਜਾਂਦੀ? ਦੇਖੋ, ਜਿੰਨੀ ਦੇਰ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ, ਬੀਜੇਪੀ ਦਾ ਜਿਹੜਾ ਵਾ ਉਹ ਸੀਟਾਂ ਜਿੱਤਣੀਆਂ ਤੇ ਦੂਰ ਦੀ ਗੱਲ, ਬੀਜੇਪੀ ਆਣ ਕੇ ਪ੍ਰਚਾਰ ਵੀ ਨਹੀਂ ਕਰ ਸਕਦੀ। ਬੀਜੇਪੀ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਬਾਰਡਰ ਵੀ ਨਹੀਂ ਟੱਪੂਗੀ। ਲੇਕਿਨ ਇੱਕ ਹੁਣ ਜਿਹੜੀ ਸਾਨੂੰ ਖਬਰ ਸੁਣਨ ਨੂੰ ਮਿਲਦੀ ਵੀ ਕਿ ਹਰਿਆਣੇ ਦੇ ਵਿੱਚ ਉਹਨਾਂ ਨੇ ਲੋਕਡਾਊਨ, ਪੂਰਨ ਤੌਰ ਤੇ ਲੋਕਡਾਊਨ ਲਗਾਤਾ। ਕੀ ਲੱਗਦਾ ਕਿ ਕਿਸਾਨਾਂ ਨੂੰ ਉਤੋਂ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ? ਦੇਖੋ, ਸਰਕਾਰ ਹਰ ਤਰ੍ਹਾਂ ਕੋਸ਼ਿਸ਼ ਜ਼ਰੂਰ ਕਰ ਰਹੀ ਹੈ, ਲੇਕਿਨ ਕਿਸਾਨ ਜਿਹੜੇ ਆ ਉਹ ਸੱਚ ਦੀ ਲੜਾਈ ਲੜ ਰਹੇ ਆ। ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਲੜਾਈ ਆ ਉਹ ਆਮ ਲੋਕਾਂ ਦੀ ਲੜਾਈ ਆ। ਇਹ ਪੂਰੇ ਭਾਰਤ ਦੇ ਜਿਹੜੇ ਕਿਰਤੀ ਲੋਕਾਂ ਦੀ ਲੜਾਈ ਆ। ਇਸ ਕਰਕੇ ਇਹਨੂੰ ਕੋਈ ਵੀ ਸਰਕਾਰ ਕਿਸੇ ਤਰ੍ਹਾਂ ਦਬਾ ਨਹੀਂ ਸਕਦੀ। ਜਿੰਨਾ ਮਰਜ਼ੀ ਸਰਕਾਰਾਂ ਜ਼ੋਰ ਲਾ ਲੈਣ, ਇੱਕ ਦਿਨ ਸੱਚਾਈ ਦੀ ਹੀ ਜਿੱਤ ਹੋਣੀ ਹੈ। ਸਰਕਾਰਾਂ ਜਿਹੜਾ ਵਾ ਕੁਝ ਨਹੀਂ ਕਰ ਸਕਦੀਆਂ ਇੱਥੇ। ਸਰਕਾਰਾਂ ਕੁਝ ਨਹੀਂ ਕਰ ਸਕਦੀਆਂ। ਕੁਝ ਹੋਰ ਕਿਸਾਨ ਵੀ ਮੌਜੂਦ ਨੇ, ਗੱਲਬਾਤ ਕਰਨੇ। ਭਾਜੀ, ਕੀ ਨਾਮ ਹੈ ਤੁਹਾਡਾ? ਅਹਿਮਦ ਸਿੰਘ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਪੱਛਮ ਬੰਗਾਲ ਦੇ ਜਿਹੜੀਆਂ ਜੋ ਨਤੀਜੇ ਆ ਰਹੇ ਨੇ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਕੀ ਲੱਗਦਾ ਕਿਸਾਨਾਂ ਦਾ ਕੋਈ ਫਰਕ ਪਿਆ ਉੱਥੇ ਜਿਹੜੀ ਉਹਨਾਂ ਨੇ ਪ੍ਰਚਾਰ ਕੀਤਾ? ਬਹੁਤ ਜ਼ਿਆਦਾ ਪ੍ਰਭਾਵ ਪਿਆ ਜੀ ਕਿਸਾਨਾਂ ਦਾ। ਕਿਸਾਨਾਂ ਦੇ ਜਾਣ ਦੇ ਨਾਲ ਮਮਤਾ ਦਾ ਵੀ ਛਵੀ ਵਧੀ ਆ, ਉਹਦਾ ਕਰਕੇ ਫਿਰ ਮੋਦੀ ਨੂੰ ਢਾਹ ਤੇ ਲੱਗਣੀ ਕਿ ਸੱਚਾਈ ਦੀ ਜਿੱਤ ਹੋਣੀ ਹੈ। ਸੱਚਾਈ ਦੀ ਜਿੱਤ ਦੀ ਗੱਲ ਕਰਦੇ ਪਿਓ ਤੁਸੀਂ, ਲੇਕਿਨ ਕਿਸੇ ਜਗ੍ਹਾ ਦੇ ਉੱਤੇ ਜਿਵੇਂ 2-3 ਛੋਟੇ ਜਿਹੜੇ ਹੈਗੇ ਸੀਗੇ ਜਗ੍ਹਾ ਸੀਗੇ ਉੱਥੇ ਬੀਜੇਪੀ ਅੱਗੇ ਵੀ ਚੱਲਦੀ ਪਈ ਆ। ਕੀ ਲੱਗਦਾ ਕਿ ਉੱਥੇ ਵੀ ਪੂਰਨ ਤੌਰ ਤੇ ਜਿਹੜਾ ਸੀਗਾ ਕਿਸਾਨਾਂ ਨੂੰ ਜਾਂ ਸਾਨੂੰ ਆਪਾਂ ਉੱਥੇ ਜਾ ਕੇ ਪੂਰਨ ਤੌਰ ਤੇ ਉਹਦਾ ਵੀ ਵਿਰੋਧ ਕਰਦੇ ਤੇ ਸ਼ਾਇਦ ਅੱਜ ਉੱਥੇ ਸਥਿਤੀ ਕੁਝ ਹੋਰ ਹੋ ਸਕਦੀ ਸੀ? ਪਹਿਲਾਂ ਤੇ ਆਪਾਂ ਬੰਗਾਲ ਹੀ ਵੇਖਦੇ ਹਾਂ ਤੇ ਬੰਗਾਲ ਦੀ ਜਿਹੜੀ ਆ ਛਵੀ ਮਮਤਾ ਦੀ ਵੀ ਵਧੀਆ ਹੋਣੀ ਚਾਹੀਦੀ ਆ। ਇਸ ਕਰਕੇ ਆਪਾਂ ਦੂਜੇ ਰਾਜਾਂ ਤੇ ਵੈਸੇ ਵੀ ਛੋਟੇ ਰਾਜ ਹੀ ਆਪਾਂ ਗਏ ਵੀ ਨਹੀਂ ਉੱਥੇ ਹੈਗੇ, ਇਹਦਾ ਕਰਕੇ ਵੀ ਬੰਗਾਲ ਹੀ ਜ਼ਿਆਦਾ ਅਹਿਮੀਅਤ ਰੱਖਦਾ। ਕੀ ਲੱਗਦਾ ਕਿ ਇਨ ਫਿਊਚਰ ਜੇ ਅਗਰ ਪੰਜਾਬ 'ਚ ਜਾਂ ਹਰਿਆਣਾ ਜਾਂ ਕਿਸੇ ਹੋਰ ਰਾਜ ਦੇ ਵਿੱਚ ਜੇ ਚੋਣਾਂ ਹੁੰਦੀਆਂ ਤੇ ਕਿਸਾਨ ਉੱਥੇ ਜਾ ਕੇ ਵੀ ਬੀਜੇਪੀ ਦੇ ਖਿਲਾਫ ਬਿਲਕੁਲ ਪ੍ਰਚਾਰ ਕਰਨਗੇ, ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨਗੇ। ਤੇ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਬੀਜੇਪੀ ਦੇ ਖਿਲਾਫ ਕਿਸਾਨਾਂ ਦੀ? ਕਿਉਂਕਿ ਜੇ ਅਗਰ ਇਹਦੇ ਵਿੱਚ ਕਾਮਯਾਬ ਹੋਏ ਨੇ ਤੇ ਕੋਈ ਹੋਰ ਰਣਨੀਤੀ ਵੀ ਹੋ ਸਕਦੀ ਹੈ। ਕੋਈ ਸੋਚਿਆ ਕਿ ਕੀ ਹੋ ਸਕਦੀ ਰਣਨੀਤੀ? ਰਣਨੀਤੀ ਕਾਹਦੀ ਹੋਣੀ? ਜੇ ਤੇ ਕਾਨੂੰਨ ਰੱਦ ਕਰ ਦੇਣਗੇ ਤੇ ਫਿਰ ਤੇ ਠੀਕ ਹੈ, ਜੇ ਨਾ ਰੱਦ ਕਰਨਗੇ ਤੇ ਫਿਰ ਤੇ ਇਹਨਾਂ ਦੇ ਉਲਟੀ ਪ੍ਰਚਾਰ ਹੋਏਗਾ। ਜਿਹੜਾ ਵੀ ਹੋਏਗਾ, ਜੋ ਵੀ ਕੋਈ ਕਰੇਗਾ ਉਲਟੀ ਕਰੇਗਾ। ਤੇ ਹੁਣ ਅੱਜ ਜਿਹੜੀ ਹੁਣ ਸਮਾਚਾਰ ਮਿਲਦਾ ਕਿ ਹਰਿਆਣਾ ਦੇ ਵਿੱਚ ਜਿਹੜਾ ਪੂਰਨ ਤੌਰ ਤੇ ਲੋਕਡਾਊਨ ਲਾਤਾ ਆ, ਸਮਝਦੇ ਹੋ ਕਿ ਲੋਕਡਾਊਨ ਲਾਉਣ ਦੀ ਜ਼ਰੂਰਤ ਸੀਗੀ? ਲਾਉਣ ਦੀ ਜ਼ਰੂਰਤ ਵੀ ਹੋ ਸਕਦੀ, ਪਰ ਕਿਸਾਨਾਂ ਤੇ ਕੋਈ ਪ੍ਰਭਾਵ ਨਹੀਂ ਗਾ ਇਹਦੇ ਲੋਕਡਾਊਨ ਦਾ। ਉਹਨਾਂ ਆਪਣੀ ਜਿੱਤ ਯਕੀਨੀ ਰੱਖੀ ਹੈ। ਮਹਿਤਾਬ ਜੀ, ਪਿਤਾ ਜੀ ਨਾਲ ਗੱਲ ਹੋਈ ਆ? ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇ ਉਹ ਵੀ ਮੈਂਬਰ ਨੇ, ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕਿ ਹੁਣ ਅਗਲੀ ਰਣਨੀਤੀ ਕੀ ਹੋ ਸਕਦੀ ਹੈ? ਜੇਕਰ ਨਹੀਂ, ਅੱਜ ਉਹਨਾਂ ਨਾਲ ਗੱਲ ਨਹੀਂ ਹੋਈ ਕਿਉਂਕਿ ਪਹਿਲਾਂ ਜਿਹੜਾ ਵਾ ਉਹ ਅਸੀਂ ਵੀ ਸਾਰੇ ਜਿਹੜਾ ਵਾ ਨਤੀਜੇ ਦੇਖ ਰਹੇ ਸਾਂ, ਪਰ ਹੁਣ ਉਹਨਾਂ ਦੀ ਮੇਰੇ ਖਿਆਲ 'ਚ ਉਸ ਤੋਂ ਬਾਅਦ ਜਿਹੜਾ ਵਾ ਉਹ ਮੀਟਿੰਗ ਚਾਲੂ ਹੋ ਗਈ ਸੀ। ਇੱਕ ਦੋ ਵਾਰੀ ਕਾਲ ਕੀਤੀ ਪਰ ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਅੱਜ ਹੁਣ ਰਾਤ ਨੂੰ ਹੀ ਗੱਲ ਹੋਊਗੀ ਜਦੋਂ ਮੀਟਿੰਗ ਖਤਮ ਹੋਊਗੀ ਉਹਨਾਂ ਦੀ। ਅੱਛਾ, ਸਾਰਿਆਂ ਦੀ ਨਜ਼ਰ ਇਹ ਜ਼ਰੂਰ ਸੀਗੀ ਮਹਿਤਾਬ ਜੀ ਕਿ ਕਿਸਾਨ ਚਲੇ ਗਏ ਨੇ ਉੱਥੇ, ਪ੍ਰਚਾਰ ਵੀ ਕਰ ਰਹੇ ਨੇ। ਕੀ ਲੱਗਦਾ ਸੀਗਾ ਥੋੜਾ ਕਿ ਮਨ ਦੇ ਵਿੱਚ ਭੈ ਲੱਗਦਾ ਸੀਗਾ ਕਿ ਯਾਰ ਜੇ ਅਗਰ ਕਿਤੇ ਉੱਥੇ ਮਤਲਬ ਕਿ ਬੀਜੇਪੀ ਜਿੱਤਦੀ ਹੈ ਤੇ ਸਾਨੂੰ ਕਿਸਾਨਾਂ ਨੂੰ ਕਿਤੇ ਖੁਰਦ-ਬੁਰਦ ਕਰਨ ਵਾਸਤੇ ਉਹਨਾਂ ਕੋਈ ਪੁਆਇੰਟ ਨਾ ਸਾਹਮਣੇ ਆ ਜਾਏ ਕਿਤੇ? ਦੇਖੋ, ਉਹ ਜੇ ਜਿੱਤ ਜਾਂਦੀ ਬੀਜੇਪੀ ਤੇ ਉਹਨਾਂ ਨੇ ਇਹ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਕਰਨਾ ਸੀ ਕਿਉਂਕਿ ਉਹਨਾਂ ਕੋਲ ਬੜੇ ਪ੍ਰਚਾਰ ਦੇ ਸਾਧਨ ਹੈਗੇ ਆ ਤੇ ਉਹਨਾਂ ਨੇ ਇਸ ਗੱਲ ਦਾ ਪ੍ਰਚਾਰ ਵੱਧ ਕਰਨਾ ਸੀ ਕਿ ਜੇ ਬੀਜੇਪੀ ਜਿੱਤ ਜਾਂਦੀ ਉਹਨਾਂ ਕਹਿਣਾ ਸੀ ਕਿਸਾਨ ਸਾਡੇ ਨਾਲ ਨੇ, ਮਜ਼ਦੂਰ ਸਾਡੇ ਨਾਲ ਆ, ਜਿਹੜੀ ਇੰਨੀ ਸਾਨੂੰ ਵੋਟ ਪੈ ਗਈ ਉਹ ਕਿਵੇਂ ਪੈ ਗਈ। ਇਸ ਗੱਲ ਦਾ ਉਹਨਾਂ ਨੇ ਬੜਾ ਜ਼ਿਆਦਾ ਪ੍ਰਚਾਰ ਕਰਨਾ ਸੀ। ਇਹ ਗੱਲ ਜਿਹੜੀ ਆ ਉਹ ਕਿਸਾਨਾਂ ਦੇ ਥੋੜਾ ਜਿਹਾ ਜਿਹੜੇ ਖਿਲਾਫ ਜ਼ਰੂਰ ਜਾਣੀ ਸੀਗੀ, ਪਰ ਹੁਣ ਜਿਹੜੀ ਸੱਚ ਦੀ ਜਿੱਤ ਹੋਣੀ ਸੀ ਇਹਦੀ ਸਾਨੂੰ ਆਸ ਵੀ ਸੀਗੀ। ਉਹੀ ਜਿਹੜੀ ਸਾਡੇ ਆਸ ਦੇ ਹਿਸਾਬ ਨਾਲ ਹੀ ਜਿਹੜੀ ਜਿੱਤ ਕਿਸਾਨਾਂ ਦੇ ਹੋਈ ਆ, ਸੱਚ ਦੀ ਹੋਈ ਆ। ਲੱਗਦਾ ਸਰਸਾ ਸਾਹਿਬ ਦਾ ਫੋਨ ਆ ਰਿਹਾ? ਹਾਂਜੀ, ਉਹਨਾਂ ਦਾ ਹੀ ਫੋਨ ਆ ਰਿਹਾ ਹੁਣ, ਕਿਉਂਕਿ ਮੈਂ ਪਹਿਲਾਂ ਕਾਲ ਕਰ ਰਿਹਾ ਤੇ ਉਦੋਂ ਮੀਟਿੰਗ ਸੀਗੇ। ਲੇਕਿਨ ਸਰਸਾ ਸਾਹਿਬ 82 ਸੀਟਾਂ ਦੇ ਨੀਅਰ ਅਬਾਊਟ ਲਾਗੇ ਲੈ ਕੇ ਗਏ ਆ। ਕਿ ਲੱਗਦਾ ਨਹੀਂ ਕਿ ਹੋਰ ਜ਼ਰੂਰਤ ਸੀ? ਕਿਉਂਕਿ ਇੰਡੀਪੈਂਡੈਂਟ ਹਾਰੇ ਨੇ ਕਾਫੀ ਤੇ ਬੀਜੇਪੀ ਦੀ ਕੁਛ ਨਾ ਕੁਛ ਜਿੱਤ ਹੋਈ ਹੈ। ਕਿ ਲੱਗਦਾ ਕਿ ਹੋਰ ਜ਼ਰੂਰਤ ਸੀ? ਦੇਖੋ, ਬੀਜੇਪੀ ਕੋਲ ਜਿਹੜੇ ਕਿੰਨੇ ਸਾਧਨ ਨੇ, ਜਿਹੜਾ ਵਾ ਰਾਜਾਂ ਦੇ ਵਿੱਚ ਇਹਨਾਂ ਦੀ ਸਰਕਾਰਾਂ, ਕੇਂਦਰ ਦੇ ਵਿੱਚ ਸਰਕਾਰਾਂ, ਔਰ ਜਿਹੜੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੇ ਹੱਕ 'ਚ ਇਹਨਾਂ ਨੇ ਕਾਨੂੰਨ ਬਣਾਏ ਸੀਗੇ, ਉਹਨਾਂ ਨੇ ਸਭ ਜਿਹੜਾ ਕਾਰਪੋਰੇਟ ਘਰਾਣਿਆਂ ਨੇ ਉੱਥੇ ਪਾਣੀ ਵਾਂਗੂ ਪੈਸਾ ਵਹਾਇਆ। ਉੱਥੇ ਬੜੇ ਤਰ੍ਹਾਂ ਦੇ ਸਾਧਨ ਜਿਹੜੇ ਇਸਤੇਮਾਲ ਕੀਤੇ ਗਏ ਤਾਂ ਇੰਨੀਆਂ ਕੁ ਵੋਟਾਂ ਲੈ ਕੇ ਜਾ ਸਕਿਆ। ਜੇ
ਇਹ ਵਾਲਾ ਪੈਸਾ ਜਿਹੜਾ 2 ਨੰਬਰ ਦਾ ਪੈਸਾ ਉੱਥੇ ਨਾ ਖਰਚ ਹੁੰਦਾ ਤੇ ਉਹਨੂੰ ਬੀਜੇਪੀ ਨੂੰ ਜਿਹੜੇ ਉੱਥੇ ਮੇਰੇ ਖਿਆਲ 'ਚ ਸਕੂਟਰ ਤੇ ਜਾਣ ਜੋਗੀਆਂ ਉਹਨਾਂ ਦੀਆਂ ਰਹਿ ਜਾਣੀਆਂ ਸੀ ਐਮਐਲਏ ਉਹਨਾਂ ਦੇ। ਲੇਕਿਨ ਕਿਤੇ ਨਾ ਕਿਤੇ ਈਵੀਐਮ ਤੇ ਲੋਕਾਂ ਦਾ ਹੁਣ ਭਰੋਸਾ ਲੱਗਦਾ ਬਣਨਾ ਸ਼ੁਰੂ ਹੋ ਜਾਊਗਾ, ਕਿਉਂਕਿ ਲੋਕੀ ਈਵੀਐਮ ਨੂੰ ਲੈ ਕੇ ਬੜਾ ਕਿੰਤੂ ਪਰੰਤੂ ਕਰਦੇ ਸੀ। ਦੇਖੋ ਇਹ ਤਾਂ ਜਿਹੜਾ ਵਾ ਉਹ ਹੁਣ ਇਸ ਬਾਰੇ ਕਹਿ ਨਹੀਂ ਸਕਦੇ ਕਿ ਈਵੀਐਮ ਦਾ ਜਿਹੜਾ ਵਾ ਇੱਥੇ ਕਿੰਨਾ ਕੁ ਰੋਲ ਸੀ, ਕਿਉਂਕਿ ਜੇ ਤੇ ਕਿਸਾਨ ਜਿਹੜਾ ਵਾ ਉਹ ਆਮ ਲੋਕ ਜਿਹੜੇ ਆ ਜ਼ਿਆਦਾ ਜਿਹੜਾ ਵੋਟ ਪੈਂਦੀ ਆ ਤੇ ਉਧਰ ਨੂੰ ਜਾਣੀ ਹੈ ਦਿਖਣੀ ਹੈ। ਈਵੀਐਮ ਤਾਂ ਹੁਣ ਇਸ ਵਾਰੀ ਹੋ ਸਕਦਾ ਹੈ ਕਿ ਬੀਜੇਪੀ ਨੇ ਜਾ ਕੇ ਕਿਸੇ ਤਰ੍ਹਾਂ ਆਪ ਚਾਹੁੰਦੇ ਹੋਇਆਂ ਵੀ ਹੇਰਾਫੇਰੀ ਕੀਤੀ ਨਾ ਹੋਵੇ ਤਾਂ ਹੀ ਜਿਹੜਾ ਵਾ ਉਹ ਜਿੱਤ ਹੋਈ ਹੈ, ਕਿਉਂਕਿ ਜਦੋਂ ਤੇ ਜਿਹੜਾ ਇਹਨਾਂ ਨੂੰ ਦਿਖਦਾ ਹੈ ਕਿ ਆਪਣੀ ਹਾਰ ਹੋਣੀ ਆ ਜ਼ਿਆਦਾ ਪ੍ਰਤੱਖ ਦਿਖਦੀ ਹੈ। ਐਤਕੀ ਇਹਨਾਂ ਨੂੰ ਆਸ ਨਹੀਂ ਸੀ ਹੈਗੀ ਕਿ ਸਾਡੀ ਹਾਰ ਹੋਣੀ ਹੈ, ਤਾਂ ਹੋ ਸਕਦਾ ਐਤਕੀ ਹੇਰਾਫੇਰੀ ਕੀਤੀ ਨਾ ਹੋਵੇ ਇਹਨਾਂ ਨੇ, ਕਿਉਂਕਿ ਜੇ ਇਹਨਾਂ ਨੂੰ ਪਹਿਲਾਂ ਹੀ ਹਾਰ ਦਿਖ ਜਾਂਦੀ ਫਿਰ ਇਹਨਾਂ ਨੇ ਜ਼ਰੂਰ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨੀ। ਲੇਕਿਨ ਬੀਜੇਪੀ ਦੇ ਇੱਕ ਲੀਡਰ ਕੋਲੋਂ ਈਵੀਐਮ ਮਿਲੀ ਸੀਗੀ, ਕਿਆ ਲੱਗਦਾ ਕਿ ਉਹਦਾ ਵੀ ਇੰਪੈਕਟ ਪਿਆ ਹੋ ਸਕਦਾ? ਬਿਲਕੁਲ, ਦੇਖੋ ਐਤਕੀ ਉਹਨਾਂ ਨੂੰ ਇਹ ਸੀਗਾ ਕਿ ਵਾਰ-ਵਾਰ ਈਵੀਐਮ ਦਾ ਰੌਲਾ ਪੈਂਦਾ ਵਾ। ਇਸ ਵਾਰ ਜਿਹੜਾ ਵਾ ਹੋ ਸਕਦਾ ਕਿ ਚੋਣ ਕਮਿਸ਼ਨ ਨੇ ਵੀ ਥੋੜਾ ਜਿਹਾ ਸਖਤਾਈ ਕੀਤੀ ਹੋਵੇ, ਜਿਹੜਾ ਐਤਕੀ ਨਹੀਂ ਕਰ ਸਕੇ। ਨਹੀਂ ਤੇ ਇਹਨਾਂ ਦੀਆਂ ਗੱਡੀਆਂ 'ਚੋਂ ਈਵੀਐਮ ਮਸ਼ੀਨਾਂ ਜਿਹੜੀਆਂ ਵਾ ਲੱਖਾਂ ਦੀ ਗਿਣਤੀ 'ਚ ਈਵੀਐਮ ਮਸ਼ੀਨਾਂ ਜਿਹੜਾ ਵਾ ਇਹਨਾਂ ਦੇ ਕੋਲ ਹੁੰਦੀਆਂ ਸੀ। ਉਹਨਾਂ ਦਾ ਕਾਰਨ ਕੀ ਸੀ, ਉਹ ਕਿੱਥੋਂ ਆਉਂਦੀਆਂ ਵਾ, ਕਿਸ ਵਾਸਤੇ ਆਉਂਦੀਆਂ, ਕਿਉਂਕਿ ਜੇ ਇਸਤੇਮਾਲ ਕਰਦੇ ਸੀ ਤਾਂ ਹੀ ਲੱਭਦੀਆਂ ਸੀ। ਇਸ ਵਾਰ ਜਿਹੜੀਆਂ ਘੱਟ ਮਿਲੀਆਂ, ਪਰ ਫਿਰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਲੇਕਿਨ ਐਤਕੀ ਨਹੀਂ ਕਰ ਸਕੇ। ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ, ਲੱਡੂ ਲੁੱਡੂ ਵੰਡ ਰਹੇ ਹੋ ਜੀ? ਦੇਖੋ ਅਸੀਂ ਤਾਂ ਜਿਹੜਾ ਵਾ ਉਹ ਜਿਹੜੇ ਸੱਚ ਦੀ ਜਿੱਤ ਹੋਈ ਆ ਉਹਦੇ ਕਰਕੇ ਅੱਜ ਲੱਡੂ ਵੰਡ ਰਹੇ ਹਾਂ ਅਸੀਂ। ਬਿਲਕੁਲ ਲੱਡੂ ਜਿਹੜਾ ਵਾ ਉਹ ਪੂਰੇ ਜਿੰਨੇ ਸਾਡੇ ਧਰਨੇ ਚੱਲ ਰਹੇ ਸਭ ਜਗ੍ਹਾ ਤੇ ਲੱਡੂ ਵੰਡ ਰਹੇ ਹਾਂ ਅਸੀਂ। ਹਾਂਜੀ, ਕੀ ਲੱਗਦਾ ਕਿ ਕਿਸਾਨੀ ਜਿੱਤ ਹੋਊਗੀ ਤੇ ਲੱਡੂਆਂ ਦੀ ਜਗ੍ਹਾ ਤੇ ਕੁਝ ਹੋਰ ਦੇ ਲੰਗਰ ਵੀ ਲੱਗ ਜਾਣਗੇ, ਕਿਉਂਕਿ ਲਗਾਤਾਰ ਹੀ ਲੰਗਰ ਵੀ ਕਹਿੰਦੇ ਨੇ ਕਿ ਬਹੁਤ ਲੱਗ ਰਹੇ ਨੇ ਜਿਹੜਾ ਸਿੰਘੂ ਬਾਰਡਰ ਜਾਂ ਗਾਜੀਪੁਰ ਬਾਰਡਰ ਤੇ। ਕੀ ਲੱਗਦਾ ਕਿ ਉਹ ਹੋਰ ਵੱਡੀ ਖੁਸ਼ੀ ਹੋਏਗੀ ਜਿੱਦਣ ਆਪਾਂ ਜਿੱਤਾਂਗੇ? ਦੇਖੋ ਜਦੋਂ ਵੀ ਜਿੱਤ ਹੋਣੀ ਆ, ਕਿਉਂਕਿ ਜਿੱਤ ਤਾਂ ਹੋਣੀ ਆ, ਲੇਕਿਨ ਜਦੋਂ ਹੋਣੀ ਆ ਉਦੋਂ ਜਿਹੜਾ ਵਾ ਉਹ ਵੱਡੇ ਪੱਧਰ ਤੇ ਜਿਹੜਾ ਵਾ ਉਹਦੇ ਜਸ਼ਨ ਮਨਾਏ ਜਾਣਗੇ, ਕਿਉਂਕਿ ਜਿੱਤਣਾ ਜਿਹੜਾ ਵਾ ਉਹ ਜਿੱਤ ਦੀ ਖੁਸ਼ੀ ਮਨਾਉਣਾ ਵੀ ਜ਼ਰੂਰੀ ਆ। ਜਿੱਤ ਦੀ ਖੁਸ਼ੀ ਮਨਾਉਣਾ ਵੀ ਜ਼ਰੂਰੀ ਹੈ, ਇਹ ਕਹਿਣਾ ਕਿਸਾਨ ਆਗੂਆਂ ਦਾ। ਤੇ ਕਹਿਣਾ ਇਹ ਹੈ ਕਿ ਬੀਜੇਪੀ ਨੇ ਕਦੀ ਜ਼ਿੰਦਗੀ 'ਚ ਨਹੀਂ ਸੋਚਿਆ ਹੋਏਗਾ ਕਿ ਉਹਨਾਂ ਨੂੰ ਏਡੀ ਵੱਡੀ ਹਾਰ ਜਿਹੜੀ ਆ ਉਹ ਮਿਲੇਗੀ। ਲੇਕਿਨ ਕਿਤੇ ਨਾ ਕਿਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਲੱਡੂ ਖਵਾ ਕੇ ਮੂੰਹ ਮਿੱਠਾ ਕਰਾ ਕੇ ਜਿਹੜਾ ਆ ਬੀਜੇਪੀ ਦੀ ਹਾਰ ਦਾ ਜਿਹੜਾ ਆ ਉਹ ਜਸ਼ਨ ਜਿਹੜਾ ਆ ਉਹ ਅੰਮ੍ਰਿਤਸਰ ਵਿੱਚ ਮਨਾਇਆ ਜਾ ਰਿਹਾ ਹੈ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।